ਇਸ ਆਡੀਓ ਰਿਕਾਰਡਿੰਗ ਰਾਹੀਂ ਜਿਵੇਂ ਇਸ ਗੁਰਮੁਖ ਪਿਆਰੇ ਨੇ ਆਪਣੀ ਮਾਨਸਿਕ ਸਥਿਤੀ ਬਿਆਨ ਕੀਤੀ ਹੈ ਨਾ, ਐਸੀ ਹੀ ਅਵਸਥਾ ਬਹੁਤਿਆਂ ਦੀ ਹੋਵੇਗੀ। ਇਹ ਰਿਕਾਰਡਿੰਗ ਗਰੁੱਪਾਂ ਦੇ ਵਿੱਚ ਵੀ ਪਾ ਦਿੰਦਾ ਹਾਂ ਤੇ ਇਹਦੇ ਵਿੱਚ ਹੋਰ ਵੀ ਕੁਝ ਗੱਲਾਂ ਬਹੁਤ ਹੀ ਸਮਝਣਯੋਗ ਹਨ। ਪਹਿਲੀ ਤਾਂ ਇਹ ਗੱਲ ਹੈ, ਜਿਵੇਂ ਇਹ ਗੁਰਮੁਖ ਪਿਆਰਾ ਕਹਿ ਰਿਹਾ ਹੈ ਨਾ ਵੀ ਮੇਰੇ ਅੰਦਰ ਪਿਆਸ ਨਹੀਂ ਹੈ, ਤੜਫ ਨਹੀਂ ਹੈ, ਪ੍ਰੇਮ ਨਹੀਂ ਹੈ। ਮੈਂ ਕਹਿੰਦਾ ਹੋ ਨਹੀਂ ਸਕਦਾ ਐਸਾ ਜੈਸਾ ਤੂੰ ਕਹਿ ਰਿਹਾ ਹੈ। ਅਗਰ ਪਿਆਸ ਨਾ ਹੁੰਦੀ ਤੂੰ ਸੁਣਦਾ ਹੀ ਨਾ। ਬਹੁਤ ਐਸੇ ਹਨ ਜਿਹੜੇ ਸੁਣਨੋਂ ਹਟ ਜਾਂਦੇ ਹਨ, ਲੈਫਟ ਹੋ ਜਾਂਦੇ, ਹਟ ਜਾਂਦੇ। ਵੀ ਇਹ ਸਾਡੇ ਵੱਸ ਦੀ ਗੱਲ ਨਹੀਂ ਹੈ, ਅਸੀਂ ਨਹੀਂ ਕਰ ਸਕਦੇ। ਠੀਕ ਹੀ ਹੈ, ਹਟ ਗਏ, ਪਰ ਤੂੰ ਹਟਿਆ ਤੇ ਨਹੀਂ ਹੈ। ਪਰ ਇਹ ਪਿਆਸ ਵੀ ਤਾਂ ਹੀ ਹੈ, ਖਿਆਲ ਵਿੱਚ ਰੱਖਿਓ, ਕਿਉਂਕਿ ਇਹਦੇ ਵਿੱਚ ਇੱਕ ਇਮਾਨਦਾਰੀ ਹੈ। ਤੁਸੀਂ ਕਹੋਗੇ ਵੀ ਇਮਾਨਦਾਰੀ ਦਾ ਅਰਥ ਹੀ ਧਰਮ ਹੁੰਦਾ ਹੈ। ਈਮਾਨ ਵਾਲਾ ਬੰਦਾ, ਧਰਮ ਵਾਲਾ ਬੰਦਾ ਨਹੀਂ। ਧਾਰਮਿਕ ਲੋਕ ਤੁਹਾਨੂੰ ਇਮਾਨਦਾਰ ਬਹੁਤ ਘੱਟ ਮਿਲਣਗੇ, ਬੇਈਮਾਨੀ ਬਹੁਤ ਹੈ। ਕਿਉਂਕਿ ਕੋਈ ਵੀ ਸਾਫ਼ ਸਪਸ਼ਟ ਆਪਣੇ ਮਨ ਦੀ ਦਸ਼ਾ ਨਹੀਂ ਦੱਸਦਾ ਹੈ। ਇੱਥੇ ਮੇਰੇ ਕੋਲ ਵੀ ਮਿਲਣ ਵਾਸਤੇ ਆਉਂਦੇ ਹਨ ਬਹੁਤ ਪ੍ਰੇਮੀ, ਤੇ ਉਹਨਾਂ ਵੱਲ ਦੇਖ ਕੇ ਤਰਸ ਵੀ ਆਉਂਦਾ ਹੈ ਵੀ ਜਿਸ ਢੰਗ ਨਾਲ ਇਹ ਕਹਿ ਰਹੇ ਹਨ ਐਸੀ ਅਵਸਥਾ ਹੈ ਨਹੀਂ ਇਹਨਾਂ ਦੀ। ਸਿਰਫ ਦੱਸ ਰਹੇ ਹਨ ਵੀ ਅਸੀਂ ਬਸ ਤਿਆਗ ਕਰ ਰਹੇ ਹਾਂ ਜੀ, ਬਹੁਤ ਧਿਆਨ ਕਰਦੇ ਹਾਂ ਜੀ, ਬਾਹਰੋਂ ਹੀ ਬਸ ਸੰਸਾਰ ਛੁੱਟ ਰਿਹਾ ਜੀ, ਪਰ ਛੁੱਟਿਆ ਤੇ ਨਹੀਂ ਹੈ। ਤੇ ਧਾਰਮਿਕ ਲੋਕ ਬਾਹਰੋਂ ਬਹੁਤ ਦਿਖਾਉਂਦੇ ਹਨ, ਦਰਸਾਉਂਦੇ ਹਨ। ਅਗਰ ਕੋਈ ਇਹ ਵੀ ਕਹਿੰਦਾ ਹੈ ਨਾ ਵੀ ਮੈਂ ਪਾਪੀ ਹਾਂ, ਵੀ ਮੇਰੇ ਕੋਲ ਕੁਝ ਨਹੀਂ ਹੁੰਦਾ ਹੈ, ਹਾਂ ਅਪਰਾਧੀ, ਗੁਨਾਹਗਾਰ, ਕਈ ਗਾਉਂਦੇ ਵੀ ਹਨ। ਇਹ ਵੀ ਸਿਰਫ ਤਾਂ ਹੀ ਗਾਉਂਦੇ ਹਨ ਵੀ ਲੋਕ ਸਮਝ ਲੈਣ ਵੀ ਬੜਾ ਵਿਨਮਰ ਹੈ। ਅੰਦਰੋਂ ਤੋਂ ਜਾਣਦੇ ਹੀ ਹੁੰਦੇ ਹਨ ਕਿ ਸਾਨੂੰ ਗਿਆਨ ਹੈ, ਸਮਝ ਹੈ। ਸਿਰਫ ਦਿਖਾਉਣਾ ਹੈ ਵੀ ਅਸੀਂ ਬਹੁਤ ਵਿਨਮਰ ਹਾਂ। ਦੇਖੋ, ਆਪਣੇ ਆਪ ਨੂੰ ਪਾਪੀ ਵੀ ਕਹਿ ਰਹੇ, ਪਰ ਇਹ ਕਹਿਣਾ ਹੋਰ ਹੈ। ਜੋ ਇਸ ਰਿਕਾਰਡਿੰਗ ਅੰਦਰ ਕਿਹਾ ਹੈ ਨਾ, ਇਹ ਵਾਸਤਵਿਕ ਹੈ। ਤੇ ਇਹ ਜੋ ਸੱਚਾਈ ਹੈ ਨਾ, ਇਹਨੇ ਆਪਣੀ ਦੱਸੀ ਮਾਨਸਿਕ ਬਿਆਨ ਕੀਤੀ ਹੈ ਸਥਿਤੀ। ਐਸਾ ਬਹੁਤ ਘੱਟ
ਜ਼ਿਆਦਾ ਲੋਕ ਇਸ ਸਥਿਤੀ ਨੂੰ ਵਧਾ ਚੜ੍ਹਾ ਕੇ ਬਿਆਨ ਕਰਦੇ ਹਨ ਤੇ ਸਾਫ਼-ਸਾਫ਼ ਜਿਵੇਂ ਬਿਆਨ ਕਰ ਦਿੱਤੀ ਹੈ ਵੀ ਮੈਂ ਐਸਾ ਹਾਂ ਵੀ ਮੈਂ ਤੁਹਾਨੂੰ ਸੁਣ ਕੇ ਬਹੁਤ ਗਿਆਨ ਇਕੱਠਾ ਕਰ ਲਿਆ, ਤੋ ਗਿਆਨ ਸਮਝ ਹੀ ਬਣ ਕੇ ਰਹਿ ਗਿਆ। ਮੈਂ ਅੰਦਰ ਨੂੰ ਕਮਾ ਨਹੀਂ ਪਾਇਆ ਹਾਂ। ਮੈਂ ਇਹ ਸਾਗਰ ਦੀ ਉੱਪਰਲੀ ਸਤ੍ਹਾ ਤੇ ਹੀ ਹਾਂ। ਜਿਹਨੂੰ ਇਹ ਗੱਲ ਪਤਾ ਲੱਗ ਰਹੀ ਹੈ ਵੀ ਮੈਂ ਜੇ ਸੁੱਤਾ ਹੋਇਆ ਹੀ ਹਾਂ, ਤੁਸੀਂ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਅਗਰ ਬਿਲਕੁਲ ਹੀ ਸੁੱਤੇ ਹੋਏ ਹੁੰਦੇ ਤੇ ਜਾਗਿਆ ਹੋਇਆਂ ਦੀ ਗੱਲ ਵੀ ਨਹੀਂ ਸੀ ਸੁਣਨੀ ਤੁਸੀਂ। ਬਿਲਕੁਲ ਤੇ ਨਹੀਂ ਸੁੱਤੇ ਹੋ, ਜਾਗਰਣ ਦੇ ਕਰੀਬ ਹੋ। ਇਸੇ ਕਾਰਨ ਹੀ ਪਤਾ ਵੀ ਲੱਗ ਰਿਹਾ ਹੈ ਵੀ ਸੰਸਾਰ ਤੁਸੀਂ ਕਹਿੰਦੇ ਹੋ ਵੀ ਝੂਠ ਹੈ, ਮੇਰੇ ਵੱਲੋਂ ਕਹਿੰਦਾ ਹੈ ਉਹ ਵੀ ਸਾਨੂੰ ਸੱਚ ਹੀ ਪ੍ਰਤੀਤ ਹੋਈ ਜਾਂਦਾ। ਤੇ ਜਿਹਨੂੰ ਇਹ ਪਤਾ ਲੱਗ ਰਿਹਾ ਹੈ ਵੀ ਝੂਠ ਹੈ, ਸੱਚ ਹੀ ਪ੍ਰਤੀਤ ਹੋਈ ਜਾਂਦਾ, ਇਹਦਾ ਭਾਵ ਹੋਇਆ ਵੀ ਗਹਿਰੇ ਤਲ ਤੇ ਐਸਾ ਖਿਆਲ ਹੈ ਨਾ ਵੀ ਜੋ ਕਹਿੰਦੇ ਹਨ ਠੀਕ ਹੈ, ਮੈਨੂੰ ਸੱਚ ਪ੍ਰਤੀਤ ਹੋਈ ਜਾਂਦਾ ਹੈ ਤਾਂ ਝੂਠ ਹੀ। ਤੇ ਕਿੰਨਾ ਚਿਰ ਝੂਠਾ ਸੁਪਨਾ ਦੇਖੋਗੇ? ਜਦੋਂ ਸੁਪਨਾ ਪਤਾ ਲੱਗਣ ਲੱਗ ਜਾਵੇ ਵੀ ਝੂਠ ਹੈ ਤੇ ਕਿੰਨਾ ਕੁ ਚਿਰ ਦੇਖੋਗੇ? ਤੇ ਪਤਾ ਲੱਗਣ ਲੱਗ ਪਿਆ, ਹੋਸ਼ ਆਉਣ ਲੱਗ ਪਈ, ਥੋੜ੍ਹੀ ਥੋੜ੍ਹੀ ਖਿਆਲ ਆਉਣ ਲੱਗ ਪਿਆ। ਇਸੇ ਕਰਕੇ ਮੈਂ ਕਹਿੰਦਾ ਨਾ, ਪਿਆਸ ਤਾਂ ਹੈ, ਅੰਦਰ ਥੋੜ੍ਹੀ ਥੋੜ੍ਹੀ ਹੈ, ਜਿਵੇਂ ਥੋੜ੍ਹੀ ਥੋੜ੍ਹੀ ਸੁਲਗਦੀ ਨਹੀਂ ਹੁੰਦੀ ਹੈ ਅੱਗ, ਥੋੜ੍ਹੀ ਥੋੜ੍ਹੀ ਅਜੇ ਪੂਰੀ ਮਚੀ ਨਹੀਂ ਨਾ ਹੈ, ਇਸ ਕਰਕੇ ਇਹਨੂੰ ਦਿਖਾਈ ਨਹੀਂ ਦਿੰਦੀ। ਤਾਂ ਕੁਛ ਐਸੇ ਗਹਿਰੇ ਦੇਖਣ ਵਾਲੇ ਵੀ ਹਨ, ਉਹ ਦੇਖ ਲੈਂਦੇ ਹਨ ਵੀ ਇਹਦੇ ਅੰਦਰ ਥੋੜ੍ਹੀ ਜਿਹੀ ਚੰਗਿਆੜੀ ਹੈ, ਵੀ ਅੱਗ ਸੁਲਗ ਸਕਦੀ ਹੈ, ਅੱਗ ਲੱਗ ਸਕਦੀ ਹੈ, ਅੰਦਰ ਪਿਆਸ ਜਗ ਸਕਦੀ। ਤੋ ਉਸ ਚੰਗਿਆੜੀ ਨੂੰ ਸੁਲਗਾਉਂਦੇ ਹਨ। ਉਹਨਾਂ ਦਾ ਉਪਦੇਸ਼ ਤੁਹਾਡੇ ਅੰਦਰ, ਉਹ ਜੋ ਚੰਗਿਆੜੀ ਹੈ ਨਾ ਅੰਦਰ ਛੋਟੀ ਜਿਹੀ ਪਈ, ਉਹਨੂੰ ਸੁਲਗਾਉਂਦੇ। ਤੜਫ, ਪਿਆਸ, ਤੇ ਜਿਵੇਂ ਜਿਵੇਂ ਉਹ ਵਧੇਗੀ ਤਿਵੇਂ ਤਿਵੇਂ ਸਭ ਕੁਛ ਭਸਮਾ ਭੂਤ ਕਰਦੀ ਜਾਵੇਗੀ, ਝੂਠ ਨੂੰ ਸਵਾਹ ਕਰਦੀ ਜਾਵੇਗੀ, ਝੂਠ ਨਾਸ਼ ਹੁੰਦਾ ਜਾਵੇਗਾ। ਤੇ ਤੂੰ ਇਹ ਨਾ ਕਹਿ ਵੀ ਮੇਰੇ ਅੰਦਰ ਪਿਆਸ ਨਹੀਂ ਹੈ, ਪ੍ਰੇਮ ਨਹੀਂ ਹੈ। ਪ੍ਰੇਮ ਨਾ ਹੁੰਦਾ ਤੂੰ ਸੁਣਦਾ ਨਾ, ਪਿਆਸ ਨਾ ਹੁੰਦੀ ਤੇ ਤੂੰ ਇਹੋ ਜਿਹੀ ਆਪਣੀ ਮਾਨਸਿਕ ਅਵਸਥਾ ਦਾ ਜ਼ਿਕਰ ਨਾ ਕਰਦਾ।
ਵੀ ਮੇਰੀ ਐਸੀ ਦਸ਼ਾ ਹੈ। ਤੇ ਜਿਹੜਾ ਆਪਣੀ ਮਾਨਸਿਕ ਦਸ਼ਾ ਦਾ ਸੱਚਾਈ ਦੇ ਨਾਲ ਜ਼ਿਕਰ ਕਰ ਦਿੰਦਾ ਹੈ ਨਾ, ਉਹ ਇਮਾਨਦਾਰ ਹੋ ਜਾਂਦਾ ਹੈ। ਤੁਹਾਨੂੰ ਸੱਚਾਈ ਹੀ ਧਾਰਮਿਕ ਬਣਾਉਂਦੀ ਹੈ। ਸੱਚ ਦਾ ਮਤਲਬ ਇਹ ਨਹੀਂ ਹੁੰਦਾ ਵੀ ਬਾਹਰ ਲੋਕਾਂ ਨਾਲ ਤੁਸੀਂ ਸੱਚ ਬੋਲ ਰਹੇ ਹੋ। ਨਹੀਂ, ਸੱਚਾਈ ਦਾ ਮਤਲਬ ਇਹ ਹੁੰਦਾ ਹੈ ਵੀ ਤੁਸੀਂ ਮਾਨਸਿਕ ਜੋ ਤੁਹਾਡੀ ਸਥਿਤੀ ਹੈ ਨਾ, ਉਹ ਹੀ ਪੂਰੀ ਬਿਆਨ ਕਰੋ। ਸੱਚਾਈ ਨਾਲ ਜੀਣਾ ਸ਼ੁਰੂ ਕਰ ਦੇ, ਪਖੰਡ ਤੋਂ ਬਾਹਰ ਹੋ ਵੀ ਮੈਂ ਐਸਾ ਹਾਂ। ਅਜੇ ਸੰਸਾਰ ਛੁੱਟਿਆ ਨਹੀਂ ਹੈ, ਸਿਰਫ ਬੌਧਿਕ ਗਿਆਨ ਹੀ ਬਣੇ ਹਨ। ਤੁਹਾਡੇ ਉਪਦੇਸ਼ ਕਹਿ ਰਿਹਾ ਹੈ। ਪਰ ਅਗਰ ਗਿਆਨ ਹੀ ਬਣ ਜਾਂਦੇ ਤੇ ਤੁਸੀਂ ਗਾਹਾਂ ਵੰਡਣੇ ਸ਼ੁਰੂ ਕਰ ਦੇਣੇ ਸੀ। ਪਰ ਹੌਲੀ ਹੌਲੀ ਇਹ ਜੋ ਗਿਆਨ ਹੈ ਨਾ, ਇਹ ਵੀ ਤੁਸੀਂ ਜਾਣੋਗੇ ਵੀ ਕੀਤਾ ਨਾ ਹੋਵੇ ਤੇ ਵਿਅਰਥ ਹੁੰਦਾ ਹੈ। ਜਾਣ ਹੀ ਰਹੇ ਹੋ ਨਾ ਵੀ ਮੈਂ ਕਰ ਨਹੀਂ ਪਾਇਆ ਹਾਂ, ਸਿਰਫ ਸਮਝ ਹੀ ਬਣ ਕੇ ਰਹੇਗੀ। ਇਹ ਬਹੁਤ ਵੱਡੀ ਗੱਲ ਹੈ। ਜਿਹੜਾ ਐਸਾ ਸਮਝ ਲਵੇ ਵੀ ਮੇਰੀ ਸਮਝ ਹੀ ਬਣ ਕੇ ਰਹੇਗੀ, ਜੋ ਕਹਿ ਰਹੇ ਹਨ ਸਮਝ ਤੇ ਲਿਆ ਮੈਂ, ਕੀਤਾ ਤੇ ਹੈ। ਤੇ ਜਿਹੜਾ ਐਸਾ ਜਾਣ ਲਵੇ ਤੋ ਕਰਨ ਵੱਲ ਚੱਲੇਗਾ। ਇਸ ਕਰਕੇ ਅਖੀਰ ਦੇ ਵਿੱਚ ਇਹ ਗੱਲ ਕਹੀ ਵੀ ਹੈ ਵੀ ਤੁਸੀਂ ਕਹਿੰਦੇ ਹੋ ਚਲੋ ਵੀ ਵਰਤਮਾਨ ਦੇ ਦ੍ਰਿਸ਼ਟਾ ਬਣੋ। ਇਹ ਵੀ ਕਹਿੰਦਾ ਹੈ ਕੋਸ਼ਿਸ਼ ਕਰਕੇ ਦੇਖ ਲੈਂਦੇ ਹਾਂ। ਪਰ ਨਾਲ ਦੀ ਨਾਲ ਇਹ ਵੀ ਗੱਲ ਕਹੀ ਹੈ ਵੀ ਦ੍ਰਿਸ਼ਟਾ ਬਣਿਆ ਨਹੀਂ ਜਾਣਾ, ਭੁੱਲ ਜਾਣਾ। ਇਹ ਵੀ ਗੱਲ ਖਿਆਲ ਵਿੱਚ ਹੈ। ਪਰ ਇਸ ਗੱਲ ਦੁਆਰਾ ਇੱਕ ਹੋਰ ਗੱਲ ਵੀ ਖਿਆਲ ਵਿੱਚ ਲੈਣੀ ਚਾਹੀਦੀ ਹੈ ਵੀ ਇਸ ਗੁਰਮੁਖ ਪਿਆਰੇ ਦਾ ਮਨ ਚਲਾਕੀ ਕਰ ਰਿਹਾ ਹੈ। ਹੁਣ ਜਿਹੜੇ ਤੇ ਪਿਛਲੇ ਗੁਰੂਆਂ ਨੂੰ ਮੰਨਣ ਵਾਲੇ ਹਨ ਜਾਂ ਸ਼ਾਸਤਰਾਂ ਨੂੰ ਮੰਨਣ ਵਾਲੇ ਆ, ਧਾਰਮਿਕ ਗ੍ਰੰਥਾਂ ਨੂੰ, ਉਹਨਾਂ ਨੂੰ ਤੇ ਕੋਈ ਕਹਿਣ ਵਾਲਾ ਹੈ ਨਹੀਂ ਵੀ ਤੁਹਾਡਾ ਮਨ ਚਲਾਕੀ ਕਰਦਾ ਹੈ। ਪਰ ਜਿਹੜਾ ਸਾਹਮਣੇ ਹੁੰਦਾ ਹੈ ਨਾ, ਉਹ ਇਸੇ ਕਰਕੇ ਹੀ ਜ਼ਿਆਦਾ ਜਗਾਉਂਦਾ ਹੈ, ਉਠਾਉਂਦਾ ਹੈ, ਕਿਉਂਕਿ ਉਹ ਨਾਲੋਂ ਨਾਲ ਇਹ ਵੀ ਤੁਹਾਨੂੰ ਦੱਸਦਾ ਰਹਿੰਦਾ ਹੈ ਵੀ ਤੁਹਾਡਾ ਮਨ ਚਲਾਕੀ ਕਰ ਰਿਹਾ ਹੈ ਤੇ ਮਨ ਦੇ ਚਲਾਕੀ ਦੇ ਪਿੱਛੇ ਨਾ ਜਾਏ। ਤੇ ਮਨ ਬਹੁਤ ਚਲਾਕੀਆਂ ਕਰਦਾ ਹੈ, ਮਨ ਬਚਣ ਦੀ ਕੋਸ਼ਿਸ਼ ਬਹੁਤ ਕਰਦਾ ਹੈ, ਬੜੇ ਰਸਤੇ ਲੱਭੇਗਾ ਇਹਨਾਂ ਉਪਦੇਸ਼ਾਂ ਦੇ ਵਿੱਚੋਂ ਵੀ ਕਿਹੜੇ ਢੰਗ ਨਾਲ ਬਚ ਜਾਵਾਂ। ਪਰ ਅਗਰ ਤੁਸੀਂ ਸਨਮੁਖ ਰਹੇ, ਜਿਵੇਂ ਗੁਰਮੁਖ ਪਿਆਰਾ ਹੋ ਗਿਆ ਹੈ, ਮਾਨਸਿਕ ਦਸ਼ਾ ਦੱਸ ਕੇ, ਸਥਿਤੀ ਦੱਸ ਕੇ, ਤੇ ਨਾਲੋਂ ਨਾਲ ਹੀ ਤੁਹਾਨੂੰ ਪਤਾ ਲੱਗਦਾ ਰਹੇਗਾ ਵੀ ਮਨ ਕਿੰਨੇ ਧੋਖੇ ਦਿੰਦਾ ਹੈ। ਹੁਣ ਇਹ ਜਿਵੇਂ ਕਹਿ ਰਿਹਾ ਹੈ ਵੀ ਮੈਂ ਸਾਖਸ਼ੀ ਹੋਣ ਦੀ ਕੋਸ਼ਿਸ਼ ਕਰਾਂਗਾ, ਪਰ ਇਹਨੂੰ ਇਹ ਗੱਲ ਖਿਆਲ ਵਿੱਚ ਨਹੀਂ ਆਈ ਹੈ ਵੀ ਤੂੰ ਕਹਿ ਰਿਹਾ ਹੈ ਵੀ ਇਹ ਸੰਸਾਰ ਮੈਨੂੰ ਅਜੇ ਵੀ ਸੱਚ ਪ੍ਰਤੀਤ ਹੋ ਰਿਹਾ ਹੈ।
ਇਹ ਛੁੱਟ ਨਹੀਂ ਰਿਹਾ ਹੈ। ਤੇ ਅਗਰ ਤੁਹਾਨੂੰ ਸੱਚ ਪ੍ਰਤੀਤ ਹੋ ਰਿਹਾ ਹੈ, ਛੁੱਟ ਨਹੀਂ ਰਿਹਾ ਹੈ, ਤੇ ਤੁਸੀਂ ਸਾਖਸ਼ੀ ਕਿਵੇਂ ਹੋ ਜਾਓਗੇ? ਜਿੰਨਾ ਚਿਰ ਸੰਸਾਰ ਵੱਲੋਂ ਧਿਆਨ ਨਹੀਂ ਹਟੇਗਾ ਉਹਨਾਂ ਚਿਰ ਸਾਖਸ਼ੀ ਥੋੜ੍ਹਾ ਹੀ ਹੋ ਜਾਓਗੇ ਤੁਸੀਂ। ਸਾਖਸ਼ੀ ਸੰਸਾਰ ਦੇ ਥੋੜ੍ਹੀ ਹੋਣਾ ਹੈ। ਇਹੋ ਹੀ ਫਰਕ ਹੈ। ਧਾਰਮਿਕ ਲੋਕ ਸਾਖਸ਼ੀ ਹੋਣ ਬਾਰੇ ਕਹਿ ਦਿੰਦੇ ਹਨ, ਬਾਹਰੋਂ ਧਿਆਨ ਨਹੀਂ ਹਟਾਉਂਦੇ ਹਨ। ਉਹ ਜਿੰਨਾ ਚਿਰ ਹਟੇਗਾ ਨਹੀਂ ਤਾਂ ਸਾਖਸ਼ੀ ਪੂਰਨ ਨਹੀਂ ਹੋ ਸਕਦਾ। ਇਸੇ ਕਰਕੇ ਲੋਕ ਪਾਖੰਡੀ ਹੋ ਜਾਂਦੇ ਹਨ। ਬਹੁਤ ਲੋਕ ਸਾਖਸ਼ੀ ਥੋੜ੍ਹੇ ਬਹੁਤੇ ਹੋ ਜਾਂਦੇ ਹਨ, ਪਰ ਬਾਹਰ ਸੰਸਾਰ ਦੇ ਵਿੱਚ ਵੀ ਉਤਰੇ ਹੀ ਅਟਕੇ ਰਹਿੰਦੇ ਹਨ। ਬਹੁਤਿਆਂ ਦਾ ਥੋੜ੍ਹਾ ਬਹੁਤਾ ਧਿਆਨ ਵੀ ਲੱਗ ਜਾਂਦਾ ਹੈ ਅੰਦਰ, ਪਰ ਸੰਸਾਰ ਵਿੱਚੋਂ ਨਾ ਹਟਣ ਕਰਕੇ ਬਾਹਰ ਵੀ ਪ੍ਰਵਿਰਤ ਰਹਿੰਦੇ ਆ। ਬਹੁਤਿਆਂ ਦਾ ਸਿਮਰਨ ਵੀ ਚੱਲ ਪੈਂਦਾ ਹੈ, ਬਹੁਤਿਆਂ ਦਾ ਜਾਪ ਵੀ ਅਸੀਂ ਦੇਖਿਆ ਹੈ ਚੱਲਦਾ ਹੋਇਆ ਲਗਾਤਾਰ, ਪਰ ਉਹਨਾਂ ਦਾ ਮਨ ਵੀ ਬਾਹਰ ਲਗਾਤਾਰ ਚੱਲ ਰਿਹਾ ਹੈ ਸੰਸਾਰ ਵਿੱਚ। ਤੇ ਐਸੇ ਲੋਕ ਪਾਖੰਡੀ ਹੋ ਜਾਂਦੇ ਆ। ਤੇ ਸਾਖਸ਼ੀ ਹੋਇਆ ਜਾ ਸਕਦਾ ਹੈ। ਤਾਂ ਉਹਦੇ ਨਾਲ ਉਪਲਬਧੀ ਨਹੀਂ ਹੋ ਜਾਵੇਗੀ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਵੇਂ ਇਵੇਂ ਸਮਝ ਲਵੋ ਤੁਸੀਂ, ਕੱਲ੍ਹ ਹੀ ਦਲਵੀਰ ਸਿੰਘ ਇੱਥੇ ਆਇਆ ਹੋਇਆ ਸੀ ਤੇ ਉਹਨੇ ਦੱਸਿਆ ਵੀ ਇੱਕ ਮੈਂ ਮਹਾਂਪੁਰਸ਼ ਨੂੰ ਮਿਲਿਆ ਸੀ ਤੇ ਉਹਨੇ ਮੈਨੂੰ ਬੈਠ ਕੇ ਧਿਆਨ ਲਾਉਣ ਵਾਸਤੇ ਕਿਹਾ। ਤੇ ਜਿਵੇਂ ਤੁਸੀਂ ਦੇਖਿਆ ਹੋਵੇਗਾ, ਬਹੁਤ ਜਗ੍ਹਾ ਮੈਡੀਟੇਸ਼ਨ ਕਰਾਉਂਦੇ ਹਨ, ਧਿਆਨ ਕਰਾਉਂਦੇ ਹਨ, ਜਿਵੇਂ ਵਿਪੱਸਨਾ ਵਾਲੇ ਵੀ ਆ, ਉਹ ਨਾਲ ਅਟੈਂਡ ਕਰਦੇ ਰਹਿੰਦੇ ਆ ਵੀ ਧਿਆਨ ਇੱਥੇ ਲੈ ਕੇ ਜਾਓ, ਇੱਥੇ ਲੈ ਕੇ ਜਾਓ, ਸੁਰਤ ਨੂੰ ਇੱਥੇ ਲੈ ਕੇ ਜਾਓ। ਤੇ ਜਿਵੇਂ ਜਿਵੇਂ ਆਦਮੀ ਲਈ ਜਾਂਦਾ ਹੈ ਸੁਰਤ ਨੂੰ, ਜਿੱਥੇ ਜਿੱਥੇ ਉਹ ਕਹਿ ਰਹੇ ਹਨ, ਤੇ ਵੈਸੇ ਵੈਸੇ ਹੀ ਉਹ ਤੁਰਿਆ ਜਾਂਦਾ। ਅਗਰ ਪੂਰੀ ਤਰ੍ਹਾਂ ਮੰਨ ਲੈਂਦਾ ਹੈ ਉਹਨਾਂ ਦਾ ਕਹਿਣਾ, ਤਾਂ ਵੈਸੇ ਹੀ ਹੋਣਾ ਵੀ ਸ਼ੁਰੂ ਹੋ ਜਾਂਦਾ ਹੈ ਜੈਸਾ ਉਹ ਕਹਿੰਦੇ ਹਨ। ਅਗਰ ਉਹ ਕਹਿਣ ਪ੍ਰਕਾਸ਼ ਦੇਖ ਰਹੇ ਹੋ, ਤੇ ਜਿਹੜਾ ਸੁਣ ਰਿਹਾ ਹੈ ਅਗਰ ਉਹ ਮੰਨ ਲਵੇ ਕਿ ਠੀਕ ਕਹਿ ਰਿਹਾ ਹੈ, ਦੇਖ ਹੀ ਰਹੇ, ਤੁਹਾਨੂੰ ਦਿਖੇਗਾ। ਧੁਨ ਸੁਣ ਰਹੇ ਹੋ ਤਾਂ ਧੁਨ ਵੀ ਸੁਣੇਗੀ। ਜੋ ਕਵੇਗਾ ਅਗਰ ਪੂਰੀ ਭਾਵਨਾ ਹੋਵੇਗੀ ਤਾਂ ਵੈਸਾ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਸਮੋਹਨ ਦੀ ਪ੍ਰਕਿਰਿਆ ਹੈ, ਬਹੁਤ ਪੁਰਾਣੀ ਹੈ। ਪੁਰਾਣੇ ਸਮਿਆਂ 'ਚ ਤੇ ਤੰਤਰ ਵਾਲੇ ਵਰਤਿਆ ਕਰਦੇ ਸਨ ਇਹ ਸਮੋਹਨ ਦੀ ਪ੍ਰਕਿਰਿਆ ਨੂੰ, ਪਰ ਅਜੋਕੇ ਸਮੇਂ 'ਚ ਸਾਧੂ ਵੀ ਕਈ ਵਰਤ ਰਹੇ ਹਨ। ਤੇ ਇਹ ਪ੍ਰਕਿਰਿਆ ਹੁੰਦੀ ਹੈ ਵੀ ਜਿਹੜਾ ਪੂਰਨ ਵਿਸ਼ਵਾਸ ਅਤੇ ਸ਼ਰਧਾ ਰੱਖਦਾ ਹੈ, ਥੋੜ੍ਹੀ ਜਿਹੀ ਭਾਵਨਾ ਰੱਖਦਾ ਹੈ, ਮੰਨਦਾ ਹੈ ਗੱਲ, ਤਾਂ ਉਹਨੂੰ ਜੋ ਵੀ ਕਿਹਾ ਜਾਵੇਗਾ ਉਹ ਵੈਸਾ ਹੀ ਮੰਨੇਗਾ। ਅਤੇ ਜੈਸਾ ਮੰਨੇਗਾ ਵੈਸਾ ਹੀ ਉਹਨੂੰ ਪ੍ਰਤੀਤੀ ਹੋਣੀ ਸ਼ੁਰੂ ਹੋ ਜਾਵੇਗੀ। ਅਤੇ ਇਹ ਦਲਬੀਰ ਸਿੰਘ ਨੂੰ ਵੀ ਉਹਨਾਂ ਨੇ ਵੈਸੇ ਹੀ ਹੌਲੀ ਹੌਲੀ ਦੱਸਿਆ ਧਿਆਨ ਬਾਰੇ ਵੀ ਇੱਥੇ ਲਾ, ਉੱਪਰ ਲਾ, ਹੋਰ ਉੱਪਰ, ਇੱਦਾਂ ਕਰਦੇ ਤਾਂ ਉਹਨਾਂ ਨੂੰ ਧਿਆਨ ਲਵਾ ਦਿੱਤਾ। ਧਿਆਨ ਲੱਗ ਗਿਆ ਉੱਪਰ। ਫਿਰ ਕਹਿੰਦਾ ਵੀ ਬਹੁਤ ਵਧੀਆ ਲੱਗੇ ਧਿਆਨ ਦੇ ਵਿੱਚ। ਕੁਛ ਦਿਨ ਰਿਹਾ, ਫਿਰ ਕਹਿੰਦਾ ਮੇਰੀ ਘਰ ਵਾਲੀ ਆਈ, ਉਹ ਜ਼ਬਰਦਸਤੀ ਮੈਨੂੰ ਬਾਂਹ ਫੜ ਕੇ ਆਪਣੇ ਨਾਲ ਲੈ ਗਈ ਵੀ ਛੱਡ ਪਰੇ, ਆਪਾਂ ਘਰ ਜਾ ਕੇ ਹੀ ਸਿਮਰਨ ਕਰਾਂਗੇ। ਤਾਂ ਮੇਰਾ ਧਿਆਨ ਛੁੱਟ ਗਿਆ। ਅਤੇ ਇੱਥੇ ਮੈਂ ਇਹ ਗੱਲ ਦੱਸਣੀ ਚਾਹੁੰਦਾ ਹਾਂ ਵੀ ਇਹ ਜਿਹੜਾ ਧਿਆਨ ਸੀ ਲੱਗਾ ਹੋਇਆ, ਇਹ ਮਾਨਸਿਕ ਸੀ।
ਦੂਸਰੇ ਨੇ ਸੁਝਾਅ ਦੇ ਕੇ ਤੁਹਾਨੂੰ ਲਵਾ ਦਿੱਤਾ ਸੀ ਧਿਆਨ। ਇਸ ਢੰਗ ਨਾਲ ਅਜੋਕੇ ਸਮੇਂ 'ਚ ਲਵਾਇਆ ਜਾਂਦਾ ਹੈ। ਕਿਸੇ ਨੂੰ ਪ੍ਰਕਾਸ਼ ਦਿਖਾ ਦਿੰਦੇ ਹਨ, ਕਿਸੇ ਨੂੰ ਸੰਗੀਤ ਸੁਣਾ ਦਿੰਦੇ ਹਨ, ਕਿਸੇ ਨੂੰ ਕੁਛ ਦਿਖਾ ਦਿੰਦੇ ਹਨ, ਕਿਸੇ ਨੂੰ ਕੁਛ ਦਿਖਾ ਦਿੰਦੇ ਹਨ। ਤੋ ਧਿਆਨ ਵਾਸਤਵਿਕ ਨਹੀਂ ਹੁੰਦਾ, ਮਾਨਸਿਕ ਹੁੰਦਾ। ਤੇ ਮਾਨਸਿਕ ਸੀ ਇਸ ਕਰਕੇ ਹੀ ਟੁੱਟ ਵੀ ਗਿਆ ਹੈ, ਕਿਉਂਕਿ ਬਾਹਰੋਂ ਧਿਆਨ ਥੋੜ੍ਹੀ ਹਟਿਆ ਸੀ ਇਹਦਾ ਸੰਸਾਰ ਵੱਲੋਂ ਵਿਸ਼ੇ ਵਿਕਾਰਾਂ ਵੱਲੋਂ ਧਿਆਨ ਥੋੜ੍ਹੀ ਹਟਿਆ ਸੀ। ਮੋਹ ਦੇ ਇਹਦੇ ਅੰਦਰ ਸੀ ਨਾ, ਕਮ ਸੇ ਕਮ ਪਤਨੀ ਦਾ ਤੇ ਮੋਹ ਹੋਵੇਗਾ ਹੀ, ਤਾਂ ਹੀ ਪਤਨੀ ਦੇ ਪਿੱਛੇ ਚਲੇ ਗਏ। ਲਗਾਵ ਤੇ ਸੀ ਇਹਨੂੰ ਸੰਸਾਰ ਦਾ, ਲਗਾਵ ਤੇ ਟੁੱਟਾ ਨਹੀਂ ਸੀ ਨਾ, ਤੇ ਧਿਆਨ ਲੱਗ ਗਿਆ ਤੇ ਮਨ ਫਿਰ ਵਾਪਸ ਆ ਗਈ। ਇਹੋ ਹੀ ਮੈਂ ਕਹਿਣਾ ਵੀ ਧਿਆਨ ਵੀ ਬਹੁਤਿਆਂ ਦਾ ਲੱਗ ਜਾਂਦਾ ਹੈ, ਉਹ ਫਿਰ ਸੰਸਾਰ ਦੇ ਵਿੱਚ ਭਟਕ ਜਾਂਦੇ ਆ। ਪੁਰਾਣੀਆਂ ਗਾਥਾਵਾਂ ਤੁਸੀਂ ਸੁਣੀਆਂ ਨੇ, ਰਿਸ਼ੀ ਮੁਨੀ ਕਈ ਸਾਲ ਧਿਆਨ ਲਾਉਂਦੇ ਫਿਰ ਸੰਸਾਰ 'ਚ ਭਟਕ ਗਏ। ਗੋਰਖਨਾਥ ਦਾ ਗੁਰੂ ਮਛੰਦਰ ਨਾਥ ਕਹਿੰਦੇ ਹਨ ਵੀ ਉਹ ਭਟਕ ਗਿਆ ਸੰਸਾਰ ਵਿੱਚ। ਜੇ ਵਾਸ਼ਨਾ ਰਹਿ ਗਈ ਹੋਊਗੀ ਤਾਂ ਹੀ ਭਟਕਿਆ ਨਾ ਸੰਸਾਰ। ਅਗਰ ਸੰਸਾਰ ਦੀ ਵਾਸ਼ਨਾ ਰਹਿ ਜਾਵੇ ਤੇ ਫਿਰ ਭਟਕ ਜਾਂਦਾ ਹੈ। ਤੇ ਇਹੋ ਹੀ ਮੈਂ ਵਾਰ-ਵਾਰ ਕਹਿਣਾ ਹਾਂ ਕਿ ਤੁਹਾਡੇ ਗੱਲ ਖਿਆਲ ਵਿੱਚ ਆ ਸਕੇ। ਧਿਆਨ ਲਾਉਣਾ ਬਹੁਤ ਸੁਖਾਲਾ ਹੈ, ਕੁਝ ਚਿਰ ਲੱਗ ਸਕਦਾ ਹੈ, ਕਈਆਂ ਦਾ ਮਨ ਇਕਾਗਰ ਵੀ ਹੋ ਜਾਂਦਾ ਹੈ, ਕਈਆਂ ਦਾ ਸਿਮਰਨ ਵੀ ਚੱਲ ਪੈਂਦਾ ਹੈ, ਕਈਆਂ ਦਾ ਜਪ ਵੀ ਚੱਲ ਪੈਂਦਾ, ਕਈਆਂ ਨੂੰ ਧੁਨ ਵੀ ਸੁਣਾਈ ਦੇਣ ਲੱਗ ਜਾਂਦੀ, ਪਰ ਸੰਸਾਰ ਨਹੀਂ ਛੁੱਟਦਾ। ਇਸ ਕਰਕੇ ਉਹਨਾਂ ਦਾ ਪੂਰਨ ਧਿਆਨ ਨਹੀਂ ਘਟਦਾ ਹੈ, ਉਹ ਲੀਨ ਨਹੀਂ ਹੋ ਪਾਉਂਦੇ, ਕਿਉਂਕਿ ਬਾਹਰੋਂ ਛੁੱਟਦਾ ਨਹੀਂ ਹੈ ਨਾ। ਤੇ ਮੈਂ ਅੰਦਰ ਨੂੰ ਲਾਉਣ ਤੋਂ ਪਹਿਲਾਂ ਇਹ ਗੱਲ ਵਾਰ-ਵਾਰ ਤੁਹਾਨੂੰ ਖਿਆਲ ਵਿੱਚ ਜੋ ਦਿਵਾਉਣਾ ਹਾਂ ਵੀ ਜਿੰਨਾ ਚਿਰ ਤੁਸੀਂ ਬਾਹਰੋਂ ਨਾ ਹਟਾਓਗੇ ਨਾ ਪੂਰਾ ਦਾ ਪੂਰਾ, ਉਹਨਾਂ ਚਿਰ ਪੂਰਾ ਦਾ ਪੂਰਾ ਅੰਦਰ ਨਹੀਂ ਲੱਗੇਗਾ, ਅਧੂਰਾ ਲੱਗੇਗਾ। ਮਨ ਦੋ ਕੰਮ ਵੀ ਇਕੱਠੇ ਕਰੀ ਜਾਵੇਗਾ, ਕਈ ਸਿਮਰਨ ਵੀ ਕਰੀ ਜਾਂਦੇ ਹਨ ਤੇ ਬਾਹਰ ਕਈ ਹੋਰ ਵੀ ਕੰਮ ਕਰੀ ਜਾਂਦੇ। ਆਹ ਹੀ ਕਿਸੇ ਨੇ ਇੱਕ ਛੋਟੀ ਜਿਹੀ ਵੀਡੀਓ, ਕੋਈ ਸਿੱਖ ਸਿਪਾਹੀ ਖੜਾ ਹੈ ਚੁਰਾਹੇ 'ਤੇ, ਗਾਤਰਾ ਪਾਇਆ ਹੋਇਆ ਤੇ ਹੱਥ ਦੇ ਵਿੱਚ ਸਿਮਰਨਾ ਫੇਰ ਰਿਹਾ ਹੈ, ਉਹਦੀ ਪਾਈ ਹੋਈ ਹੈ। ਤੋ ਦਿਖਾ ਰਹੇ ਹਨ, ਦੇਖੋ ਕਿੰਨਾ ਧਾਰਮਿਕ ਬੰਦਾ ਹੈ ਵੀ ਨਾਲ ਸਿਮਰਨ ਕਰ ਰਿਹਾ ਹੈ, ਮਾਲਾ ਫੇਰ ਰਿਹਾ ਹੈ, ਨਾਲੇ ਡਿਊਟੀ 'ਤੇ ਖੜਾ ਹੈ ਚੁਰਾਹੇ ਦੇ ਵਿੱਚ। ਪਰ ਨਹੀਂ, ਮੈਂ ਤੁਹਾਨੂੰ ਕਹਾਂਗਾ ਵੀ ਇਹ ਪਾਖੰਡੀ ਹੈ। ਪਾਖੰਡੀ ਬਣਾਇਆ ਧਾਰਮਿਕ ਲੋਕਾਂ, ਧਾਰਮਿਕ ਲੋਕ ਇਹਨਾਂ ਨੂੰ ਚੰਗਾ ਸਮਝਦੇ ਆ। ਹੁਣ ਜਦੋਂ ਤੂੰ ਬਾਹਰ ਡਿਊਟੀ ਕਰ ਰਿਹਾ ਹਾਂ, ਧਿਆਨ ਤਾਂ ਤੇਰਾ ਬਾਹਰ ਹੈ ਤੇ ਮਾਲਾ ਹੱਥ ਦੇ ਵਿੱਚ ਫਿਰ ਰਹੀ, ਸੰਸਾਰ ਵੱਲ ਧਿਆਨ ਤੇ ਹੱਥ ਦੇ ਵਿੱਚ ਮਾਲਾ। ਤੇ ਕਈਆਂ ਤੇ ਗੁੱਸਾ ਵੀ ਆਉਂਦਾ ਹੋਊਗਾ, ਗਾਲਾਂ ਵੀ ਕੱਢਦਾ ਹੋਵੇਗਾ, ਤੇ ਮਾਲਾ ਫਿਰੀ ਜਾਂਦੀ। ਤੇ ਜਿੰਨਾ ਚਿਰ ਸੰਸਾਰ ਵਿੱਚ ਧਿਆਨ ਹੈ, ਸੰਸਾਰ ਵੱਲ ਧਿਆਨ ਹੈ, ਉਹਨਾਂ ਚਿਰ ਅਗਰ ਤੁਹਾਨੂੰ ਥੋੜ੍ਹਾ ਬਹੁਤਾ ਧਿਆਨ ਵੀ ਘੱਟ ਜਾਵੇ ਨਾ, ਤਾਂ ਵੀ ਤੁਸੀਂ ਵਾਪਸ ਸੰਸਾਰ ਵਿੱਚ ਜਾਓਗੇ, ਜ਼ਿਆਦਾ ਸੰਭਾਵਨਾ ਹੈ। ਜਿੰਨਾ ਚਿਰ ਪੂਰਨ ਟੁੱਟੇ ਨਾ। ਤੇ ਇਸ ਗੁਰਮੁਖ ਪਿਆਰੇ ਦਾ ਮਨ ਚਲਾਕੀ ਕਰ ਰਿਹਾ ਹੈ ਵੀ ਮੈਂ ਸਾਖੀ ਹੋਣ ਦੀ ਕੋਸ਼ਿਸ਼ ਕਰਦਾ। ਨਹੀਂ, ਤੁਸੀਂ ਕੋਸ਼ਿਸ਼ ਵੀ ਕਰੋ ਸਾਖੀ ਹੋਣ ਦੀ, ਤਾਂ ਵੀ ਉਹਨਾਂ ਚਿਰ ਸਾਖੀ ਥੋੜ੍ਹੀ ਹੋਵੋਗੇ ਜਿੰਨਾ ਚਿਰ ਆ ਬਾਹਰ ਜੋ ਤੁਹਾਨੂੰ ਦਿਖ ਰਿਹਾ ਹੈ ਇਹ ਸੱਤ ਨਾ ਦਿਖਾਈ ਦੇਣ ਲੱਗ ਜਾਵੇ, ਝੂਠ ਨਾ ਦਿਖਾਈ ਦੇਣ ਲੱਗ ਜਾਵੇ, ਸੁਪਨਾ ਨਾ ਦਿਖਾਈ ਦੇਣ ਲੱਗ ਜਾਵੇ। ਇਹ ਇੱਕੋ ਵਾਰ ਹੀ ਹੋਵੇਗਾ,
ਖਿਆਲ ਵਿੱਚ ਰੱਖੋ। ਮੈਂ ਉਲਟੇ ਪਾਸੇ ਤੋਂ ਕਹਿਣਾ ਵੀ ਤੁਸੀਂ ਇੱਧਰ ਖਿਆਲ ਰੱਖੋ ਜ਼ਿਆਦਾ, ਬਾਹਰ ਵੀ ਬਾਹਰ ਛੱਡਣਾ ਹੈ। ਧਾਰਮਿਕ ਲੋਕ ਕਹਿੰਦੇ ਹਨ ਅੰਦਰ ਲਾਉਣਾ ਹੈ, ਮੈਂ ਕਹਿੰਦਾ ਅੰਦਰ ਲੱਗ ਵੀ ਜਾਵੇ ਧਿਆਨ, ਅਗਰ ਬਾਹਰ ਨਾ ਛੁੱਟਿਆ ਤਾਂ ਫਿਰ ਭਟਕੋਗੇ। ਤੇ ਬਾਹਰਲਾ ਧਿਆਨ ਛੱਡਣਾ ਹੈ, ਹਟਾਉਣਾ ਹੈ ਬਾਹਰ। ਪਰ ਮੈਂ ਇੱਕ ਗੱਲ ਜ਼ਰੂਰ ਕਹਿ ਦਿੰਦਾ ਹਾਂ ਇਸ ਗੁਰਮੁਖ ਪਿਆਰੇ ਨੂੰ ਜਿਹਨੇ ਆਡੀਓ ਰਿਕਾਰਡਿੰਗ ਭੇਜੀ ਹੈ, ਭਈ ਤੂੰ ਕਹਿਣਾ ਹੈ ਨਾ ਵੀ ਇਸ ਜਨਮ 'ਚ ਮੁਸ਼ਕਿਲ ਹੈ। ਨਹੀਂ, ਐਸਾ ਨਹੀਂ ਹੈ। ਹਾਂ, ਤੂੰ ਅਗਰ ਕਹਿਣਾ ਵੀ ਮੈਂ ਰਾਸ਼ਟਰਪਤੀ ਬਣਨਾ ਹੈ, ਪ੍ਰਧਾਨ ਮੰਤਰੀ ਬਣਨਾ ਹੈ ਜਾਂ ਹੋਰ ਕੁਛ ਬਣਨਾ ਹੈ, ਤਾਂ ਮੈਂ ਕਹਿ ਦੇਣਾ ਸੀ ਵੀ ਮੁਸ਼ਕਿਲ ਹੈ, ਕਿਉਂਕਿ ਉਹਦੇ ਵਾਸਤੇ ਬੜਾ ਸੰਘਰਸ਼ ਕਰਨਾ ਪਊ, ਜਾਂ ਬਹੁਤ ਵੱਡਾ ਧਨੀ ਬਣਨਾ। ਪਰ ਅਗਰ ਤੁਸੀਂ ਇੱਧਰ ਨੂੰ ਆਉਣਾ ਹੈ ਨਾ, ਫਿਰ ਕੋਈ ਮੁਸ਼ਕਿਲ ਨਹੀਂ। ਪਾਉਣਾ ਮੁਸ਼ਕਿਲ ਹੈ, ਛੱਡਣਾ ਮੁਸ਼ਕਿਲ ਥੋੜ੍ਹੀ। ਠੀਕ ਹੈ, ਲਗਾਵ ਹੌਲੀ ਹੌਲੀ ਜ਼ਿਆਦਾ ਹੋ ਗਿਆ ਸੰਸਾਰ ਨਾਲ, ਛੱਡਣੋਂ ਡਰਦੇ ਹੋ ਤੁਸੀਂ। ਸਪਨਾ ਜ਼ਿਆਦਾ ਸੱਚ ਸਮਝ ਲਿਆ ਤੁਸੀਂ, ਦੇਖਦੇ 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 ਦੇਖਣ ਦੇ ਆਦੀ ਹੋ ਗਏ ਤੁਸੀਂ। ਫਿਰ ਵੀ ਅਗਰ ਤੁਹਾਨੂੰ ਖਿਆਲ ਵਿੱਚ ਹੈ ਵੀ ਇਹ ਸਪਨਾ ਸਪਨਾ ਹੈ, ਤੁਸੀਂ ਜਾਗ ਸਕਦੇ ਹੋ। ਤੇ ਜਾਗਣ ਵਾਸਤੇ ਵਕਤ ਥੋੜ੍ਹੀ ਚਾਹੀਦਾ, ਛੱਡਣ ਵਾਸਤੇ ਟਾਈਮ ਥੋੜ੍ਹੀ ਲੱਗਦਾ। ਸਮੇਂ ਨਹੀਂ ਲੱਗਦਾ। ਤੇ ਪਹਿਲੀ ਤਾਂ ਗੱਲ ਇਹ ਹੈ ਵੀ ਤੇਰੇ ਅੰਦਰ ਪਿਆਸ ਹੈ। ਹਾਂ, ਇਹ ਜੇ ਲਪਟ ਨਹੀਂ ਉੱਠੀ ਹੈ, ਬਹੁਤ ਥੋੜ੍ਹੀ ਥੋੜ੍ਹੀ ਸੁਲਗ ਰਹੀ ਹੈ। ਜਦੋਂ ਲਪਟ ਉੱਠੇਗੀ ਨਾ, ਉਦੋਂ ਤੂੰ ਵੀ ਕਹੇਂਗਾ ਫਰੀਦ ਵਾਂਗੂ, ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘੱਤ, ਕੁਝ ਨਾ ਸੂਝੇ ਕੁਝ ਨਾ ਬੂਝੇ ਦੁਨੀਆ ਦੂਜੀ ਪਾਏ, ਸਾਈਂ ਮੇਰੇ ਚੰਗਾ ਕੀਤਾ ਨਹੀਂ ਤਾਂ ਹੰਪੀ ਦਈਆਂ ਜਾਏ। ਫਰੀਦ ਜੀ ਕਹਿ ਰਹੇ ਹਨ ਵੀ ਪੋਟਲੀ ਮੈਂ ਉਠਾ ਲਈ ਹੈ, ਹੁਣ ਕਿੱਧਰ ਜਾਵਾਂ, ਇਹ ਤਾਂ ਕੋਈ ਸੁੱਝਦਾ ਨਹੀਂ ਹੈ। ਪਰ ਦੂਸਰੀ ਗੱਲ ਜ਼ਰੂਰ ਸੁੱਝ ਰਹੀ ਹੈ ਵੀ ਦੁਨੀਆ ਜਿਹੜੀ ਹੈ ਨਾ, ਅੱਗ ਦੇ ਵਿੱਚ ਸੜ ਰਹੀ ਹੈ। ਪਰ ਪਰਮਾਤਮਾ ਨੇ ਮੈਨੂੰ ਬਚਾ ਲਿਆ, ਨਹੀਂ ਤੇ ਮੈਂ ਵੀ ਸੜਨਾ ਸੀ ਦੁਨੀਆ ਦੇ ਵਿੱਚ। ਹੁਣ ਇਹ ਤਾਂ ਸੋਚਦਾ ਨਹੀਂ ਕਿੱਧਰ ਜਾਵਾਂ, ਪਰ ਇੱਕ ਪਾਸਾ ਛੁੱਟ ਗਿਆ ਹੈ। ਇੱਧਰੋਂ ਤੇ ਬਚਾ ਲਿਆ ਨਾ ਅੱਗ ਦੇ ਵਿੱਚੋਂ, ਅੱਗ ਜਦੋਂ ਤੇ ਕੱਢ ਲਿਆ। ਤੇ ਜਿਹਨੂੰ ਅੱਗ ਦਿਖਾਲੀ ਦੇ ਜਾਵੇ, ਤੇ ਉਹ ਅੱਗ ਦੇ ਵਿੱਚ ਰਹਿ ਥੋੜ੍ਹੀ ਸਕਦਾ ਹੈ। ਜਿਵੇਂ ਗੌਤਮ ਬੁੱਧ ਨੂੰ ਦਿਖਾਲੀ ਦੇ ਗਈ ਸੀ, ਰਾਜ ਮਹਿਲ ਛੱਡ ਦਿੱਤੇ। ਰਥਵਾਹੀ ਨੇ ਪੁੱਛਿਆ ਸੀ ਨਾ ਵੀ ਤੁਸੀਂ ਕਿਉਂ ਜਾ ਰਹੇ ਹੋ, ਤੁਸੀਂ ਭਗੌੜੇ ਹੋ। ਉਹ ਕਹਿੰਦਾ ਜੀ ਅੱਗ ਲੱਗੀ ਹੋਵੇ ਮਹਿਲ ਨੂੰ ਤੇ ਬਾਹਰ ਨਿਕਲ ਕੇ ਕੋਈ ਭੱਜੇ, ਉਹਨੂੰ ਭਗੌੜਾ ਕਹੇਗਾ। ਕਹਿੰਦਾ ਅੱਗ ਲੱਗੀ ਕਿੱਥੇ? ਉਹ ਕਹਿੰਦਾ ਮੈਨੂੰ ਦੇਖ, ਮੇਰੀਆਂ ਅੱਖਾਂ ਨਾਲ ਦੇਖ, ਅੱਗ ਲੱਗੀ ਮੈਂ ਉੱਥੇ ਦੇਖ ਰਿਹਾ। ਤ੍ਰਿਸ਼ਨਾ ਦੀ ਅੱਗ ਹੈ, ਵਾਸ਼ਨਾ ਦੀ ਅੱਗ ਹੈ, ਚਾਹਤ ਦੀ ਅੱਗ ਹੈ, ਘਿਰਣਾ ਦੀ ਅੱਗ ਹੈ। ਸੰਸਾਰ ਦੇ ਵਿੱਚ ਸਾਰੀਆਂ ਅੱਗਾਂ ਹੀ ਅੱਗਾਂ ਹਨ। ਤੁਸੀਂ ਸੁੱਤੇ ਹੋਏ ਹੋ, ਤੁਹਾਨੂੰ ਦਿਖਦੀਆਂ ਨਹੀਂ ਹਨ। ਸਭ ਇੱਕ ਦੂਸਰੇ ਨਾਲ ਜਲ ਰਹੇ ਹਨ, ਈਰਖਾ ਕਰ ਰਹੇ ਹਨ। ਆਪੋ ਆਪਣੀ ਬਣੀ ਹੋਈ, ਸਭਨਾ ਆਪੋ ਆਪ ਪਈ ਹੋਈ, ਕੋਈ ਸ਼ਾਂਤੀ ਥੋੜ੍ਹੀ। ਤੇ ਜਦੋਂ ਉੱਠੇਗੀ ਨਾ ਅੰਦਰੋਂ ਪਿਆਸ, ਤੁਸੀਂ ਥੋੜ੍ਹਾ ਜਿਹਾ ਜਾਗੋਗੇ, ਸੰਸਾਰ ਵੱਲ ਦੇਖੋਗੇ ਗੌਰ ਨਾਲ, ਤੁਸੀਂ ਰਹਿ ਨਹੀਂ ਸਕਦੇ। ਖਿਆਲ ਵਿੱਚ ਰੱਖੋ।